गन्ना किसानां नाल गलबात करेगी पंजाब सरकार। अज चंडीगढ़ विखे किसानां नूं मीटिंग लई सद्दिया गया। दोपहर 12 बजे किसानां नाल मीटिंग सरकार करेगी ते किसान आगूआं दा ऐलान है कि जे सरकार ना मन्नी तां फिर पूरा पंजाब जो है जाम करांगे। ਜ਼ਿਕਰਯੋਗ है कि गन्ने दे भाव च वाधे दे बकाया राशि जारी करन नूं लैके किसानां वल्लों जलंधर फगवाड़ा रेलवे लाइन जाम करन धरना जो है वो लगाया होया है। गन्ने दे भाव च वाधे ते बकाया राशि जारी करन नूं लैके गन्ना किसानां ने सरकार खिलाफ मोर्चा खोलिया होया है। किसान रेलवे ट्रैक ते डटे ने ते ट्रेनां रद्द होण कारण मुसाफरां नूं काफी मुश्किलां दा सामना करना पिया, जिस तों बाद सरकार ने किसानां नूं गलबात लई सद्दा दित्ता। गन्ना उत्पादकां दे हल्ला बोल ने सरकार नूं हिला के रख दित्ता। जलंधर विच किसानां दे मोर्चे दा हल लभण लई हुण सरकार ने गन्ना उत्पादकां नाल गलबात दा राह लभ लिया है। ਐਤਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਨਾਲ ਬੈਠਕ ਹੋ ਰਹੀ ਹੈ। ਸੱਦਾ ਭੇਜ ਦਿੱਤਾ ਗਿਆ ਹੈ। ਦੁਪਹਿਰ 12 ਵਜੇ ਕਿਸਾਨਾਂ ਨਾਲ ਮੰਥਨ ਹੋਵੇਗਾ, ਪਰ ਇਸ ਦਰਮਿਆਨ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਪੂਰੇ ਪੰਜਾਬ ਨੂੰ ਜਾਮ ਕਰ ਦਿੱਤਾ ਜਾਵੇਗਾ। 2 दिन असी जिहड़ा वो बिल्कुल साडा आह धरना जारी रहेगा। इस तरह हाईवे बंद रहेगा, ट्रेन ट्रैक बंद रहेगा, पर जिहड़ा पूरा पंजाब बंद करना है सारे टोलों ते जिथे साडे साथी बैठे ने वो बिल्कुल सड़कां बंद करनियां वो मंगलवार नूं करांगे जेकर सरकार नाल साडा फैसला नहीं हुंदा। किसान इस गल तो खफा ने कि सरकार ने गन्ने के मुੱਲ ਵਿੱਚ ਨਿਗੂਣਾ वादा किया है, लिहाजा वो सड़कों ते आके मोर्चे लगाउण नूं मजबूर हो चुके ने। ये गन्ने दे रेट करके किया जी। सर हुण कद तक चल रहेगा ये पता नहीं, जिन्ना चਿਰ मसला हल नहीं ਹੁੰਦਾ ਉਹਨਾਂ ਚਿਰ ਰਹੇਗਾ ਜੀ। ਮਸਲਾ ਹੱਲ ਜਦ ਤੱਕ ਨਹੀਂ ਹੁੰਦਾ ਤਦ ਤੱਕ ਰਹੇਗਾ ਤੇ ਪਰੇਸ਼ਾਨੀ ਵੀ ਹੋ ਰਹੀ ਕਈ ਲੋਕਾਂ ਨੂੰ। ਕਿਸ ਤਰ੍ਹਾਂ ਹੁਣ ਇਹਨੂੰ ਕਿਸ ਤਰ੍ਹਾਂ ਲਾਓਗੇ ਤੁਸੀਂ? ਇਹ ਸਾਡੀ ਜ਼ਿੰਮੇਵਾਰੀ ਨਹੀਂ ਜੀ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕਿਸਾਨਾਂ ਵੱਲ ਲਗਾਏ ਧਰਨੇ ਨੇ ਰੇਲ ਸਮੇਤ ਸੜਕੀ ਆਵਾਜਾਈ ਦੀ ਰਫ਼ਤਾਰ ਰੋਕ ਦਿੱਤੀ। ਮੁਸਾਫਰ ਵੀ ਪਰੇਸ਼ਾਨ ਦਿਖਾਈ ਦਿੱਤੇ। ਜਲੰਧਰ ਸਮੇਤ ਲੁਧਿਆਣਾ ਵਿੱਚ ਮੁਸਾਫਰ ਫਸੇ ਰਹੇ, ਜਿਹੜੀ ਸਰਕਾਰ ਤੋਂ ਵੀ ਖਫਾ ਨਜ਼ਰ ਆਏ। ਜਿਹੜਾ ਇਹ ਸਾਹਮਣੇ ਪ੍ਰੋਟੈਸਟ ਚੱਲ ਰਿਹਾ ਹੈ ਕਿਸਾਨਾਂ ਦਾ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਸਰਕਾਰ ਗਲਤ ਹੈ ਜਾਂ ਕੌਣ ਹੈ? ਭਾਜੀ ਦੇਖੋ, ਸਰਕਾਰ तो अपनी जगह ठीक है ਤੇ ਕਿਸਾਨਾਂ ਨੂੰ ਇੰਨਾ ਨਹੀਂ ਸਤਾਉਣਾ ਚਾਹੀਦਾ ਜਿੰਨਾ ਟਾਈਮ ਹੋ ਗਿਆ। ਕਿਸਾਨਾਂ ਨੂੰ ਉਹਨਾਂ ਦੀ ਵੀ ਸੁਣਨੀ ਚਾਹੀਦੀ ਹੈ। ਕਿਸਾਨਾਂ ਦਾ ਪ੍ਰੋਸੈਸ ਜੋ ਹੈ ਜੋ ਇਸ ਟਾਈਮ ਕਿਸਾਨ ਦਾ ਹਾਲਾਤ ਹੈ ਦਿੱਲੀ ਦੇ ਵਿੱਚ ਉਹ ਬਹੁਤ ਮਾੜੇ ਹਾਲਾਤ ਨੇ। ਕਿਸਾਨ ਆਪਣੇ ਧਰਨੇ ਤੇ ਡਟੇ ਹੋਏ ਆ। ਸਰਕਾਰ ਨੂੰ ਚਾਹੀਦਾ, ਸੈਂਟਰ ਸਰਕਾਰ ਨੂੰ ਚਾਹੀਦਾ, ਮੋਦੀ ਸਾਹਿਬ ਨੂੰ ਚਾਹੀਦਾ कि ਜਿਹੜਾ ਇਹ ਪ੍ਰੋਸੈਸ ਆ ਕਿਸਾਨਾਂ ਦੇ ਹੱਕ ਵਿੱਚ ਕੀਤਾ ਜਾਵੇ। पता नहीं है कि कह रहे किसान आंदोलन चल रहा है, क्या चल रहा है, आइडिया नहीं है। बिल्कुल बहुत बुरा हाल है, परेशानी का सामना करना बहुत ज़्यादा। देख रहे हो कि अभी चिप्स और छोले लेके गुजारा करना पड़ता है। नहीं मिल रहा खाने के लिए कुछ सामान भी नहीं मिल रहा है। बच्चे भूखे हैं, बहुत परेशान कर रहे हैं। और ट्रेन मतलब रात को काफ़ी देर जलंधर से रुकी रही, जलंधर पे खड़ी रही, 3-4 घंटे वहाँ खड़ी रही, बीच में चलती है, थोड़ी थोड़ी देर में रुक जाती है। बहुत प्रॉब्लम हो रही है। अब हमें सुबह 6 बजे 6:30 बजे दिल्ली पहुंचना था, जबकि हम नहीं पहुंच पाए हैं। ਜ਼ਿਕਰਯੋਗ ਹੈ ਕਿ ਗੰਨੇ ਦੇ ਭਾਅ ਵਿੱਚ ਵਾਧੇ ਦੀ ਬਕਾਇਆ ਰਾਸ਼ੀ ਜਾਰੀ ਕਰਨ ਨੂੰ ਲੈ ਕੇ ਕਿਸਾਨ ਜਲੰਧਰ ਫਗਵਾੜਾ ਰੇਲਵੇ ਲਾਈਨ ਨੂੰ ਜਾਮ ਕਰਕੇ ਬੈਠੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਸ ਵੇਲੇ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਜਲੰਧਰ ਤੋਂ ਸੁਨੀਲ ਮਹਿੰਦਰੋ ਅਤੇ ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ, ਜ਼ੀ ਮੀਡੀਆ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੰਨਾ ਕਿਸਾਨਾਂ ਦੇ ਸਮਰਥਨ 'ਚ ਨਿਤਰੇ। ਉਹਨਾਂ ਨੇ ਕਾਂਗਰਸ ਸਰਕਾਰ ਤੋਂ ਗੰਨੇ ਦਾ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਗੰਨਾ ਉਤਪਾਦਕਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਵੀ ਮੰਗ ਕੀਤੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਨੇ ਗੰਨਾ ਉਤਪਾਦਕਾਂ ਨਾਲ ਨਿਆਂ ਨਾ ਕੀਤਾ ਤਾਂ ਫਿਰ ਅਗਲੀ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਗੰਨੇ ਦਾ ਯਕੀਨੀ ਸਰਕਾਰੀ ਖਰੀਦ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰੇਗੀ। ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹ ਵਾਅਦਾ ਆਪਣੇ ਚੋਣ ਮਨੋਰਥ ਵਿੱਚ ਵੀ ਸ਼ਾਮਲ ਕਰਾਂਗੇ ਤੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ 4 ਸਾਲਾਂ ਤੋਂ ਗੰਨੇ ਦਾ ਯਕੀਨੀ ਸਰਕਾਰੀ ਭਾਅ ਵਧਾਉਣ ਤੋਂ ਇਨਕਾਰ ਕਰਨ ਮਗਰੋਂ ਪੰਜਾਬ ਸਰਕਾਰ ਨੇ ਆਪਣਾ ਕਾਰਜਕਾਲ ਖਤਮ ਹੋਣ ਵੇਲੇ ਸਿਰਫ 15 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਇਸ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਇਹ ਗੰਨਾ ਉਤਪਾਦਕਾਂ ਦੇ ਨਾਲ ਵੱਡਾ ਧੋਖਾ ਹੈ। ਕਾਂਗਰਸ सांसद मनीष तिवारी ਦਾ ਕਹਿਣਾ ਹੈ ਕਿ ਗੰਨਾ ਕਿਸਾਨਾਂ ਦੀ ਅਸਲ ਸਮੱਸਿਆ ਦੀ ਵਜ੍ਹਾ ਗੰਨੇ ਦਾ MSP ਅਧੀਨ ਨਾ ਹੋਣਾ ਹੈ। ਉਹਨਾਂ ਨੇ ਸਵਾਲ ਕੇਂਦਰ ਸਰਕਾਰ ਉੱਪਰ ਵੀ ਚੁੱਕੇ। ਸਮੱਸਿਆ ਇਸ ਦੀ ਉੱਠਦੀ ਹੈਗੀ ਹੈ ਕਿਉਂਕਿ ਗੰਨੇ ਦੇ ਉੱਪਰ MSP ਨਹੀਂ, ਕਿਉਂਕਿ ਗੰਨੇ ਦੇ ਉੱਪਰ ਜਿਹੜੀ ਸਟੇਟ ਐਡਮਿਨਿਸਟਰਡ ਪ੍ਰਾਈਸ ਹੈ
ਉਹ ਸਟੇਟ ਐਡਮਿਨਿਸਟਰਡ ਪ੍ਰਾਈਸ ਅਲੱਗ-ਅਲੱਗ ਰਾਜ ਸਰਕਾਰਾਂ ਘੋਸ਼ਿਤ ਕਰਦੀਆਂ ਔਰ ਉਹ ਵੀ ਜਿਹੜੀ ਪ੍ਰਾਈਸ ਹੁੰਦੀ ਹੈ ਉਹ ਐਡਵਾਈਜ਼ਰੀ ਹੁੰਦੀ ਹੈ। ਰਾਜ ਸਰਕਾਰਾਂ ਜ਼ਰੂਰ ਕੋਸ਼ਿਸ਼ ਕਰਦੀਆਂ ਨੇ ਕਿ ਜਿਹੜੇ ਗੰਨੇ ਦੀਆਂ ਮਿਲਸ ਨੇ, ਚਾਹੇ ਉਹ ਸਰਕਾਰੀ ਖੇਤਰ 'ਚ ਹੋਣ, ਚਾਹੇ ਕੋਆਪਰੇਟਿਵ ਖੇਤਰ 'ਚ ਹੋਣ, ਚਾਹੇ ਨਿੱਜੀ ਖੇਤਰ 'ਚ ਹੋਣ, ਉਸ ਸਟੇਟ ਐਡਵਾਈਜ਼ਡ ਪ੍ਰਾਈਸ ਨੂੰ ਉਹ ਐਕਸੈਪਟ ਕਰਨ। ਪਰ ਕਦੇ-ਕਦੇ ਜਿਹੜੀਆਂ ਮਿੱਲਾਂ ਨੇ ਉਸ ਨੂੰ ਐਕਸੈਪਟ ਨਹੀਂ ਕਰਦੀਆਂ। ਇਹਦੇ ਕਈ ਵਾਰੀ ਸੁਪਰੀਮ ਕੋਰਟ ਤੱਕ ਗੰਨਾ ਕਿਸਾਨ ਇਹਦੀ ਲੜਾਈ ਲੜਦੇ ਰਹੇ। ਤੋ ਇਹਦਾ ਜਿਹੜਾ ਇੱਕ ਲੌਂਗ ਟਰਮ ਸੋਲੂਸ਼ਨ ਹੈ, ਔਰ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈ, ਮੈਂ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਵੇਂ 22 ਫਸਲਾਂ ਦੇ ਉੱਪਰ ਕੇਂਦਰ ਸਰਕਾਰ MSP ਘੋਸ਼ਿਤ ਕਰਦੀ ਹੈ, ਮਿਨੀਮਮ ਸਪੋਰਟ ਪ੍ਰਾਈਸ, ਗੰਨੇ ਦੇ ਉੱਪਰ ਵੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈਗੀ ਹੈ ਉਹ ਕੇਂਦਰ ਸਰਕਾਰ ਵੱਲੋਂ ਘੋਸ਼ਿਤ ਕੀਤੀ ਜਾਣੀ ਚਾਹੀਦੀ ਹੈ। ਸਰ ਮੈਂ ਸੁਚਿਆ ਡੇਲੀ ਪੋਸਟ ਪੰਜਾਬੀ ਦੇ ਭਾਅ ਨੂੰ ਲੈ ਕੇ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੈ। ਪੰਜਾਬ ਸਰਕਾਰ ਖਿਲਾਫ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਵਿਰੋਧ ਦੇ ਕਾਰਨ ਕਿਸਾਨਾਂ ਨੇ ਟ੍ਰੇਨਾਂ ਜੋ ਹੈ ਉਹ ਨਹੀਂ ਚੱਲਣ ਦਿੱਤੀਆਂ। ਟ੍ਰੇਨਾਂ ਨਾ ਚੱਲਣ ਕਾਰਨ ਰੇਲਵੇ ਯਾਤਰੀ ਪਰੇਸ਼ਾਨ ਹੋਏ ਤੇ ਪਰੇਸ਼ਾਨ ਹੋ ਕੇ ਘਰਾਂ ਨੂੰ ਪਰਤੇ ਤੇ ਪੰਜਾਬ ਸਰਕਾਰ ਜਲਦੀ ਮੰਨੇ ਕਿਸਾਨਾਂ ਦੀਆਂ ਮੰਗਾਂ, ਇਹ ਕਹਿਣਾ ਯਾਤਰੀਆਂ ਦਾ, ਤੇ ਗੰਨੇ ਦਾ ਸਹੀ ਮੁੱਲ ਨਹੀਂ ਦੇ ਰਹੀ ਸਰਕਾਰ, ਇਹ ਕਿਸਾਨ ਵਰਗ ਦਾ ਕਹਿਣਾ। ਜਦੋਂ ਆਏ ਆ ਤੇ ਟ੍ਰੇਨ 'ਚ ਆਏ ਤੇ ਹੁਣ ਟ੍ਰੇਨ ਨਹੀਂ ਮਿਲਦੀ ਤੇ ਬੱਸ ਮਿਲਦੀ ਨਹੀਂ, ਉਹ ਕਿਰਾਇਆ ਬਹੁਤ ਜ਼ਿਆਦਾ। ਅਸੀਂ 8-10 ਜੀ ਆ ਤੇ ਅਸੀਂ ਜਲੰਧਰ ਜਾਣਾ, ਹੁਣ ਅਸੀਂ ਪਠਾਨਕੋਟ ਸਟੇਸ਼ਨ ਤੇ ਖਲੋਤੇ ਆ। ਜਲੰਧਰੋਂ ਆਏ ਜੀ, ਇਹ ਹੁਣ ਪਠਾਨਕੋਟ ਦੇ ਸਟੇਸ਼ਨ ਤੇ ਆਏ ਆ ਤੇ ਗੱਡੀਆਂ ਲੈਦ ਹੋਈਆਂ ਜੀ, ਬੰਦ ਹੋਈਆਂ ਗੱਡੀਆਂ ਸਾਰੀਆਂ। ਜਲੰਧਰ ਜਾਣਾ ਜੀ, ਹੁਣ ਅਸੀਂ ਬੱਸੇ ਜਾਵਾਂਗੇ ਜੀ। ਸਾਡੇ ਕੋਲ ਕਿਰਾਇਆ ਵੀ ਥੋੜਾ ਘੱਟ ਤੇ ਸਰ, ਚਲੋ ਅਸੀਂ ਆ ਕੇ ਹੁਣ ਵੇਖਦੇ ਆ ਬੱਸੇ ਜਾਣ ਲੱਗੇ। ਗੰਨਾ ਕਿਸਾਨਾਂ ਦੇ ਸਮਰਥਨ 'ਚ ਨੌਜਵਾਨਾਂ ਵੱਲੋਂ ਜਲੰਧਰ ਦੇ ਧੰਨੋਵਾਲੀ ਪਿੰਡ ਨੇੜੇ ਹਾਈਵੇ ਤੇ ਗਤਕਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀ ਉਦੋਂ ਤੱਕ ਸੜਕਾਂ ਤੇ ਡਟੇ ਰਹਿਣਗੇ। ਇਹ ਜਿਹੜਾ ਧਰਨਾ ਹੈਗਾ ਇਹ ਤੇ ਜਿਹੜੇ ਖਾਲਸਾ ਫੌਜ ਹੈ ਜੀ, ਜਿਹੜੇ ਪੰਜਾਬੀ ਹੈਗੇ ਨੇ ਤੇ ਜਿਹੜੇ ਧਰਨੇ ਇਹਨਾਂ ਨਾਲ ਤਾਂ ਸ਼ੁਰੂ ਤੋਂ ਲਿੰਕ ਹੈ ਸਾਡਾ, ਸ਼ੁਰੂ ਤੋਂ ਲੜਦੇ ਰਹੇ ਨੇ ਆਪਣੀ ਜਿਹੜੇ ਹੱਕਾਂ ਲਈ ਹੈਗੀ ਹੈ। ਪੰਜਾਬੀ ਹਮੇਸ਼ਾ ਜੂਝਦੇ ਰਹੇ ਨੇ ਤੇ ਆਪਾਂ ਤਾਂ ਇਹਨੂੰ ਜੀ ਇਹ ਕਹਿੰਦੇ ਨਹੀਂ ਹੈ ਕਿ ਆਪਾਂ ਘਰ ਤੋਂ ਬਾਹਰ ਬੈਠੇ ਆ ਜੀ, ਜਿੱਥੇ ਸਾਰੀ ਸੰਗਤ ਹੋ ਜਾਏਗੀ ਉੱਥੇ ਹੀ ਆਪਣਾ। ਚੰਡੀਗੜ੍ਹ 'ਚ ਭਾਜਪਾ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਹੋਈ ਬੈਠਕ ਦੌਰਾਨ 2022 ਵਿਧਾਨ ਸਭਾ ਚੋਣਾਂ ਤੇ ਫੋਕਸ ਰਿਹਾ। ਹੋਰ ਕੀ ਕੁਝ ਰਿਹਾ ਮੀਟਿੰਗ 'ਚ, ਇਸ ਨੂੰ ਲੈ ਕੇ ਜ਼ੀ ਮੀਡੀਆ ਵੱਲੋਂ ਬੀਜੇਪੀ ਆਗੂਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਾ ਚਾਹਾਂਗੇ ਕਿ ਕਾਫੀ ਅਹਿਮ ਇੰਪੋਰਟੈਂਟ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ। ਸਾਬਕਾ ਮੰਤਰੀ ਜਿਹੜੇ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਰਹੇ ਆ, ਬੜੇ ਸੀਨੀਅਰ ਲੀਡਰ ਨੇ ਬੀਜੇਪੀ ਦੇ, ਮਦਨ ਮੋਹਨ ਮਿੱਤਲ ਇਸ ਵੇਲੇ ਸਾਡੇ ਨਾਲ ਨੇ। ਉਹਨਾਂ ਤੋਂ ਹੀ ਪੁੱਛਾਂਗੇ ਜਿਹੜਾ ਤੁਹਾਡਾ ਸਵਾਲ ਹੈ ਕਿ ਅੱਜ ਦੀ ਕੋਰ ਕਮੇਟੀ ਦੀ ਬੈਠਕ 'ਚ ਖਾਸ ਕੀ ਰਿਹਾ, ਏਜੰਡਾ ਕੀ ਰਿਹਾ, ਕਿਹੜੇ ਬਿੰਦੂਆਂ ਦੇ ਉੱਤੇ ਚਰਚਾਵਾਂ ਹੋਈਆਂ ਨੇ? ਦੇਖੋ, ਕੋਰ ਕਮੇਟੀ ਦੇ ਵਿੱਚ ਹੁਣ ਇਲੈਕਸ਼ਨ ਨੇੜੇ ਆ ਗਿਆ। ਇਲੈਕਸ਼ਨ ਦੀ ਰਣਨੀਤੀ, ਇਲੈਕਸ਼ਨ ਦੇ ਵਾਸਤੇ ਕੀ ਪ੍ਰੋਗਰਾਮ ਹੋਣੇ ਚਾਹੀਦੇ, ਵਰਕਰਾਂ ਨੂੰ ਖੜੇ ਕਰਨਾ, ਆਰਗੇਨਾਈਜ਼ ਕਰਨਾ, ਇਹ ਸਭ ਤੋਂ ਬੜਾ ਕੰਮ ਹੈ ਔਰ ਸਭ ਤੋਂ ਬੜਾ ਮੁੱਦਾ ਹੈ ਜਿਹੜਾ ਕਿ ਭਾਵੇਂ ਲਿਖ ਕੇ ਕਰ ਲਓ ਭਾਵੇਂ ਜ਼ਬਾਨੀ ਕਰ ਲਓ। ਵਰਕਰ ਤੁਸੀਂ ਖੜੇ ਕਰਨ ਦੀ ਗੱਲ ਕਰ ਰਹੇ ਹੋ, ਪਰ ਜਿਹੜੇ ਖੜੇ ਹੋਏ ਪਹਿਲਾਂ ਦੇ ਲੀਡਰ ਸੀਗੇ ਜਾਂ ਤੁਹਾਡੀ ਸਰਕਾਰ 'ਚ ਰਹੇ ਮੰਤਰੀ ਸੀ, ਉਹ ਪਾਰਟੀ ਤੋਂ ਕਿਨਾਰਾ ਕਰਦੇ ਜਾ ਰਹੇ ਆ। ਹੁਣ ਇਸ ਤਰ੍ਹਾਂ ਜਦੋਂ ਲੜਾਈ ਹੁੰਦੀ ਹੈ ਨਾ, ਘੋੜੇ ਤਾਂ ਸਾਰੇ ਦੌੜਦੇ ਆ, ਕਈ ਘੋੜੇ ਐਸੇ ਜਿਹੜੇ ਵਿੱਚੋਂ ਹਟ ਜਾਂਦੇ ਆ, ਉਹਨਾਂ ਨੂੰ ਲੋਕ ਕਿਆ ਕਹਿੰਦੇ ਆ, ਮਿੱਤੇਗਾ ਨੂੰ ਕਹਾਉਂਦੇ ਅਗਰ ਰੈਕੋਗਨਾਈਜ਼ ਤਾਂ ਹੋਈ ਹੋਣੇ ਜਿਹੜੇ ਅੱਗੇ ਜਾ ਕੇ ਲੜਨਗੇ। ਅੱਜ ਲੜਾਈ 'ਚ ਪਾਰਟੀ ਦੇ ਉੱਤੇ ਸੰਕਟ ਹੈ, ਕਿਸਾਨ ਨਾਰਾਜ਼ ਹੈ ਸਾਡੇ। ਪਹਿਲਾਂ ਪਾਰਟੀ ਕਿਸਾਨੀ ਸੰਕਟ 'ਚੋਂ ਨਹੀਂ ਉਪਰੀ ਸੀਗੀ ਕਿ ਹੁਣ ਅੰਦਰੂਨੀ ਸੰਕਟ ਨਹੀਂ ਪੈਦਾ ਹੋ ਗਿਆ? ਅੰਦਰੂਨੀ ਸੰਕਟ ਕੋਈ ਨਹੀਂ ਹੈ, ਅੰਦਰੂਨੀ ਸੰਕਟ ਬਿਲਕੁਲ ਵਰਕਰ ਸਾਡਾ ਖੜਾ ਹੈ। ਅਗਰ ਲੇਕਿਨ ਕੁਝ ਲੋਕਾਂ ਦੀ ਰਾਜਨੀਤਿਕ ਲਾਲਸਾ ਇੰਨੀ ਹੁੰਦੀ ਹੈ ਕਿ ਉਹਨਾਂ ਨੂੰ ਲੱਗਦਾ ਪਤਾ ਨਹੀਂ ਪੂਰਤੀ ਨਹੀਂ ਹੋਣੀ। ਸਾਡੀਆਂ ਇੱਕ ਵਾਰ ਸਿਰਫ 2 ਸੀਟਾਂ ਰਹਿ ਗਈਆਂ ਤੀਆਂ, ਕਿੰਨੇ ਕੁ ਲੋਕ ਛੱਡ ਕੇ ਤੇ। ਪਰ ਉਹ ਲੋਕ ਕਹਿੰਦੇ ਆ ਕਿ ਰਾਜਨੀਤਿਕ ਲਾਲਸਾ ਕੋਈ ਨਹੀਂ ਹੈਗੀ। ਗੱਲ ਇਹ ਹੈ ਕਿ ਜੋ ਪੰਜਾਬ ਦੀ ਕਿਸਾਨੀ ਮੰਗ ਕਰ ਰਹੀ ਹੈ, ਜੋ ਪੰਜਾਬ ਦੇ ਲੋਕ ਕਹਿ ਰਹੇ ਹੈ, ਉਹਨੂੰ ਪੰਜਾਬ ਦੀ ਭਾਜਪਾ ਇਕਾਈ ਡਿਨਾਈ ਕਰ ਰਹੀ ਹੈ, ਇਗਨੋਰ ਕਰ ਰਹੀ ਹੈ। ਬਿਲਕੁਲ ਨਹੀਂ ਕਰ ਰਹੀ ਇਗਨੋਰ। ਭਾਜਪਾ ਕਿਵੇਂ ਇਗਨੋਰ ਕਰ ਸਕਦੀ ਹੈ? ਭਾਰਤੀ ਜਨਤਾ ਪਾਰਟੀ ਚਾਹੇ ਦੇਸ਼ ਦੀ ਹੈ ਚਾਹੇ ਪੰਜਾਬ ਦਾ ਯੂਨਿਟ ਹੈ, ਵੀ ਆਰ ਵਿਦ ਦੀ ਫਾਰਮਰਸ। ਔਰ ਜੋ ਪ੍ਰਧਾਨ ਮੰਤਰੀ ਦੀ ਸੋਚ ਦੇ ਨਾਲ ਜੋ ਕਿਸਾਨਾਂ ਨੂੰ ਮਿਲਿਆ, ਇਹ ਤਾਂ ਕਿਸੇ ਪਾਰਟੀ ਨੇ ਵੀ ਨਹੀਂ ਦਿੱਤਾ। ਠੀਕ ਹੈ, ਕੁਝ ਮੁੱਦਿਆਂ ਦੇ ਉੱਤੇ ਕਿਸਾਨਾਂ ਨਾਲ ਮਤਭੇਦ ਆ, ਉਹ ਨਹੀਂ ਮੰਨਦੇ ਔਰ ਉਹ
ਆਖਰ ਉਹ ਮੁੱਕਣੇ ਦਾ ਟੇਬਲ ਤੇ ਬੈਠ ਕੇ ਗੱਲ ਹੈ। ਉਹ ਦੱਸਣ ਤਾਂ ਸਹੀ ਵੀ ਕਿਹੜਾ ਤਰਮੀਮ ਕਰਨੀ ਹੈ। ਉਹ ਤਾਂ ਕਹਿੰਦੇ ਕਾਨੂੰਨ ਵਾਪਸ ਲੈ ਲਓ। ਵਾਪਸ ਲੈਣ ਦਾ ਇਜ਼ ਨੋ ਸੋਲੂਸ਼ਨ। ਜਿਹੜੀ ਤੁਸੀਂ ਤੇ ਇਹ ਵੀ ਜਿਹੜਾ ਮੁੱਦਾ ਤੁਹਾਡੇ ਕੋਲ ਆਇਆ ਹੋਇਆ ਉਹਨੂੰ ਤੁਸੀਂ ਹੱਲ ਕਰੋ ਔਰ ਪਾਰਟੀ ਹੱਲ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ 22 ਦੀ ਚੋਣਾਂ ਨੂੰ ਲੈ ਕੇ ਚਰਚਾ ਹੋਈ ਹੈ, ਕਿਹੜੇ ਕਿਹੜੇ ਪਹਿਲੂਆਂ ਤੇ ਚਰਚਾ ਹੋਈ ਹੈ ਵੀ ਕੀ ਸਟ੍ਰੈਟਜੀ ਰਹੇਗੀ, ਕੀ ਨਾਰਾ ਰਹੇਗਾ? ਨਾਰੇ ਤਾਂ ਆਉਣਗੇ ਮੈਨੀਫੈਸਟੋ ਬਣ ਕੇ। ਹਾਲੇ ਤਾਂ ਸਿਰਫ ਇਹ ਹੈ ਵੀ ਸਾਰੇ ਵਰਕਰਾਂ ਨੂੰ ਆਰਗੇਨਾਈਜ਼ ਕਰੋ, ਸਭ ਦੀਆਂ ਡਿਊਟੀਆਂ ਲਾਓ, ਬੂਥ ਲੈਵਲ ਤੱਕ ਪਹੁੰਚ ਕੇ ਆਪਣੇ ਕੰਮ ਨੂੰ ਖੜਾ ਕਰੋ। ਨਹੀਂ, ਤੁਹਾਡੀ ਪਾਰਟੀ ਦੇ ਖਿਲਾਫ ਨਾਰੇ ਲੱਗ ਰਹੇ ਆ ਕਿ ਭਾਜਪਾ ਬਚਾਓ, ਭਜਾਓ, ਕਿਸਾਨ ਬਚਾਓ। ਦੇਖੋ ਪਾਰਟੀ ਤਾਂ ਜ਼ਿੰਦਾ ਦੇ ਖਿਲਾਫ ਵੀ ਨਾਰੇ ਲੱਗਣੇ ਆ, ਮੁਰਦਾ ਪਾਰਟੀਆਂ ਦੇ ਖਿਲਾਫ ਤਾਂ ਨਾਰੇ ਲੱਗਣੇ ਨੇ। ਅਸੀਂ ਜ਼ਿੰਦਾ ਪਾਰਟੀ ਸਾਡੀ ਦੇਸ਼ ਚਲਾ ਰਹੀ ਹੈ ਔਰ ਜੋ ਮੋਦੀ ਸਾਹਿਬ ਨੇ ਨਾਰੇ ਦਿੱਤੇ ਹਨ ਤੇ ਅਸੀਂ ਪਹਿਰਾ ਦੇ ਰਹੇ ਹਾਂ। ਸਬਕਾ ਸਾਥ ਸਬਕਾ ਵਿਕਾਸ। ਤੁਸੀਂ ਕਹਿ ਰਹੇ ਹੋ ਕਿ 117 ਸੀਟਾਂ ਦੇ ਉੱਤੇ ਕਿ ਭਾਜਪਾ ਪਹਿਲੀ ਵਾਰੀ ਇਕੱਲਿਆਂ ਚੋਣਾਂ ਲੜੇਗੀ ਪੰਜਾਬ ਦੇ ਵਿੱਚ, ਮੈਂਬਰ ਮਿਲ ਜਾਣਗੇ, ਨੁਮਾਇੰਦੇ ਮਿਲ ਜਾਣਗੇ। ਸਾਡੇ ਕੋਲ ਅਪਰੋਚ ਕਰ ਰਹੇ ਲੋਕ, ਤੁਸੀਂ ਕਹਿੰਦੇ ਮਿਲ ਜਾਣਗੇ ਨਹੀਂ। ਆਹ ਹੁਣ ਜਿਹੜੇ ਗਏ ਹੈ ਤੁਸੀਂ ਕੀ ਸਮਝਦੇ ਵੀ ਉੱਥੇ ਕੈਂਡੀਡੇਟ ਨਹੀਂ ਹੈ? ਸਾਡੇ ਕੋਲ ਹੈਗੀ ਕੈਂਡੀਡੇਟ। ਹੋਰ ਚੋਣਾਂ ਤੋਂ ਇਲਾਵਾ ਕੋਈ ਕੋਰ ਕਮੇਟੀ 'ਚ ਹੋਰ ਮੁੱਦਿਆਂ ਤੇ ਵੀ ਡਿਸਕਸ਼ਨ ਹੋਈ ਹੈ? ਨਹੀਂ, ਮੇਨ ਤਾਂ ਆਹੀ ਹੈ। ਇੱਕ ਮੁੱਦਾ ਇਹ ਥਾ ਕਿ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਟੈਚੂਟ ਉੱਥੇ ਉਹਨਾਂ ਨੇ ਤੋੜਿਆ, ਉਹਦੇ ਵਿਰੋਧ 'ਚ ਮਤਾ ਪਾਸ ਕੀਤਾ, ਕੰਡੈਮ ਕੀਤਾ ਉਹਨੂੰ। ਕੋਈ ਮੰਦਿਰ ਤੋੜ ਦਿੱਤੇ। ਜਿਹੜਾ ਭਾਰਤ ਸਰਕਾਰ ਨੇ ਔਰ ਪ੍ਰਧਾਨ ਮੰਤਰੀ ਜੀ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਕਾਬਲ ਦੇ ਵਿੱਚ ਸਾਡੇ ਹਿੰਦੂ ਔਰ ਸਿੱਖ ਭਰਾ ਫਸੇ ਹੋਏ ਹੈ ਉਹਨਾਂ ਨੂੰ ਕਿਵੇਂ ਬਚਾ ਕੇ ਲੈਣਾ, ਉਹਦੇ ਵਾਸਤੇ ਪੂਰੇ ਉਦਮ ਕੀਤੇ ਜਾ ਰਹੇ, ਉਹਦੀ ਸ਼ਲਾਘਾ ਕੀਤੀ ਹੈ। ਜੀ ਧੰਨਵਾਦ। ਸੋ ਇਹ ਸਨ ਮਦਨ ਮੋਹਨ ਮਿੱਤਲ ਜੀ, ਜਿਹੜੇ ਦੱਸ ਰਹੇ ਸੀਗੇ ਕਿ ਬਹੁਤ ਸਾਰੇ ਮੁੱਦੇ ਆ, ਬਹੁਤ ਸਾਰੇ ਪਹਿਲੂ ਅਜਿਹੇ ਆ ਜਿਨ੍ਹਾਂ ਦੇ ਉੱਤੇ ਚਰਚਾਵਾਂ ਕੀਤੀਆਂ ਨੇ, ਚਾਹੇ ਉਹ ਕਿਸਾਨੀ ਮਸਲਾ ਹੋਵੇ ਜਾਂ ਫਿਰ ਪਾਕਿਸਤਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦਾ ਮਸਲਾ ਹੋਵੇ ਜਾਂ ਫਿਰ ਅਫਗਾਨਿਸਤਾਨ ਦੇ ਵਿੱਚ ਫਸੇ ਜਿਹੜੇ ਘੱਟ ਗਿਣਤੀ ਦੇ ਸਿੱਖ ਹਿੰਦੂ ਭਾਈਚਾਰੇ ਦੇ ਲੋਕ ਹੈ ਉਹਨਾਂ ਦੇ ਬਾਬਤ ਜਿਹੜੀਆਂ ਨੇ ਚਰਚਾਵਾਂ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਈਆਂ ਨੇ ਤੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਦੇ ਰਹੇ ਸੀ ਮਦਨ ਮੋਹਨ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ 'ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕਰ ਦਿੱਤੇ। ਅਰੋੜਾ ਨੇ ਦਾਅਵਾ ਕੀਤਾ ਕਿ 2022 ਵਿੱਚ ਮੁੜ ਪੰਜਾਬ ਵਿੱਚ ਕਾਂਗਰਸ ਦੀ ਹੀ ਸਰਕਾਰ ਬਣੇਗੀ। ਗੰਨੇ ਦੇ ਭਾਅ ਨੂੰ ਲੈ ਕੇ ਅਰੋੜਾ ਨੇ ਕਿਹਾ ਹੈ ਕਿ ਇਸ ਸੰਬੰਧ ਵਿੱਚ ਕਿਸਾਨ ਸਰਕਾਰ ਨਾਲ ਗੱਲ ਕਰਨ। ਪੰਜਾਬ ਸਰਕਾਰ ਨੇ ਗੰਨੇ ਦੇ ਪ੍ਰਤੀ ਕੁਇੰਟਲ ਵਿੱਚ 15 ਰੁਪਏ ਦੇ ਹਿਸਾਬ ਨਾਲ ਵਾਅਦਾ ਕੀਤਾ ਹੈ। भाजपा पंजाब च है कित्थे है? पंजाब दे विच अज जो भाजपा के लोग अकाली दल जा रहे हैं या किसी होर पार्टियां च शामिल हो रहे हैं या बीजेपी छड्ड रहे हैं, वो समझ चुके हैं कि बीजेपी ने किसानां दे नाल धक्का कीता है, पंजाब दे नाल धक्का कीता है और पंजाब दे हितां दे नाल धोखा कीता। जिहड़ा भी बंदा इस गल नूं समझ रहा है वो बीजेपी छड्ड रहा है। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੇੜੀ ਫੜੀ ਵਾਲਿਆਂ ਨੂੰ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਰੇੜੀ ਫੜੀ ਵਾਲਿਆਂ ਕੋਲੋਂ ਪਹਿਲਾਂ ਰੋਜ਼ਾਨਾ ਜਿਹੜੀ 100 ਰੁਪਏ ਫੀਸ ਲੈਂਦੀ ਸੀ ਹੁਣ ਉਹ ਫੀਸ ਘਟਾ ਕੇ 50 ਰੁਪਏ ਕਰ ਦਿੱਤੀ ਗਈ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਰੇੜੀ ਫੜੀ ਵਾਲਿਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਹਨਾਂ ਨੇ ਕਿਹਾ ਕਿ ਇਹਨਾਂ ਲੋਕ ਦੀਆਂ ਜਿਹੜੀਆਂ ਵੀ ਮੁਸ਼ਕਿਲਾਂ ਹੋਣਗੀਆਂ ਉਹਨਾਂ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ। ਤੁਸੀਂ 8-10 ਲਵਾ ਕੇ ਦੇਖ ਲਓ, ਜੇ ਕਬੂਤਰ ਨਾ ਬੈਠੇ ਤਾਂ ਹੋਰ ਲਵਾ ਲਾਂਗੇ, ਕਿਤੇ ਇਹ ਨਾ ਹੋਵੇ। ਇਸੇ ਜਗ੍ਹਾ ਤੇ 15-20 ਦਿਨ ਪਹਿਲਾਂ ਸੰਨੀ ਖਾਸ ਯਾਰ ਬੰਦਾ ਤੇ ਜਾਨਵਰ ਜਿਹੜਾ ਹੈ ਉਹ ਮੰਡੀ 'ਚ ਨਹੀਂ ਆਊਗਾ ਤੇ ਕੋਈ ਵੀ ਜਿਹੜਾ ਟਰੱਕ ਖੜੇ ਕਰ ਜਾਂਦੇ ਵੱਡੇ ਵੱਡੇ ਟਰੱਕ ਤੇ 10-10 ਦਿਨ 15-15 ਦਿਨ ਖੜੇ ਰਹਿੰਦੇ ਆ। ਜਿਹੜਾ ਗੇਟ ਜੀ ਕਰੂਗਾ ਇੱਕ ਗੇਟ ਤੇ ਚੌਕੀਦਾਰ ਰੱਖ ਦਾਂਗੇ, ਨਜਾਇਜ਼ ਕੋਈ ਬੰਦਾ ਦਾਖਲ ਹੀ ਨਹੀਂ ਹੋਊਗਾ ਔਰ ਇਹ ਸਾਰਾ ਕੰਮ ਜਿਹੜਾ ਦੀਵਾਲੀ ਤੋਂ ਪਹਿਲਾਂ ਮੁਕੰਮਲ ਕਰ ਦਾਂਗੇ। ਪਟਿਆਲਾ ਦੀ ਸਾਂਸਦ ਪਰਨੀਤ ਕੌਰ ਨੇ ਕਿਹਾ ਹੈ ਕਿ ਵਿਰੋਧੀ ਬੇਸ਼ੱਕ ਸਰਕਾਰ ਤੇ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਗਾ ਰਹੇ ਨੇ, ਪਰ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੂਰੇ ਕਰ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਦੇ ਤਹਿਤ ਹੀ ਬਸੇਰਾ ਸਕੀਮ ਦੇ ਅਧੀਨ ਆਉਣ ਵਾਲੇ ਲੋਕਾਂ ਨੂੰ ਮਾਲਿਕਾਨਾ ਹੱਕ ਦਿੱਤਾ ਗਿਆ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਨੂੰ ਮਾਲਿਕਾਨਾ ਹੱਕ ਦੇ ਕਾਗਜ਼ ਦਿੱਤੇ ਗਏ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਮੈਂ ਵਧਾਈ ਦਿੰਦੀ ਹਾਂ ਪੰਜਾਬ ਸਰਕਾਰ ਨੂੰ, ਸੀਐਮ ਸਾਹਿਬ ਨੂੰ, ਜਿਨ੍ਹਾਂ ਨੇ ਇਹ ਜਿਹੜਾ ਬੜਾ ਔਖਾ ਕੰਮ ਸੀਗਾ ਔਰ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਹਨੂੰ ਸਿਰੇ ਚੜਾਇਆ, ਐਕਟ ਬਣਾਇਆ ਔਰ ਇਹ ਜੀ ਸਹੂਲਤ ਦਿੱਤੀ ਕਿ ਜਿਹੜੇ ਬਹੁਤ ਹੀ ਗਰੀਬ ਸੀ, ਜਿਹੜੇ ਬੈਠੇ ਹੋਏ ਸੀ, ਉਹਨਾਂ ਨੂੰ ਆਪਣੀ ਮਾਲਕੀ ਦਾ ਹੱਕ ਮਿਲਿਆ ਔਰ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਸੌਖੀ ਹੋਈ।
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ 10 ਤੋਂ 12 ਸਾਲ ਤੋਂ ਮਨਰੇਗਾ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਸੰਧਵਾ ਨੇ ਕਿਹਾ ਕਿ ਇਹ ਮੁਲਾਜ਼ਮ ਸਵਾ ਮਹੀਨੇ ਤੋਂ ਹੜਤਾਲ ਤੇ ਹਨ। ਇਸ ਦੇ ਬਾਵਜੂਦ ਵੀ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ। ਆਪ ਵਿਧਾਇਕ ਨੇ ਕਿਹਾ ਹੈ ਕਿ ਪਿੰਡਾਂ ਦੇ ਵਿਕਾਸ ਵਿੱਚ ਮਨਰੇਗਾ ਮਜ਼ਦੂਰ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਸਰਕਾਰ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ। ਮਨਰੇਗਾ ਮੁਲਾਜ਼ਮਾਂ ਦਾ ਪਿਛਲੇ 10-12 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਦੇ ਕੇ ਸ਼ੋਸ਼ਣ ਕਰ ਰਹੀ ਹੈ ਸਰਕਾਰ, ਭਾਵੇਂ ਬਾਦਲ ਸਰਕਾਰ ਸੀ ਭਾਵੇਂ ਕਾਂਗਰਸ ਸਰਕਾਰ। ਔਰ ਉਹ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ 1.5 ਮਹੀਨੇ ਤੋਂ ਹੜਤਾਲ ਤੇ ਹੈ। ਸਰਕਾਰ ਉਹਨਾਂ ਦੀਆਂ ਹੱਕੀ ਜਿਹੜੀਆਂ ਮੰਗਾਂ ਉਹਨਾਂ ਨੂੰ ਮੰਨਣ ਦੀ ਬਜਾਏ ਉਹਨਾਂ ਤੇ ਨਾਦਰਸ਼ਾਹੀ ਫੈਸਲੇ, ਹੈਂਕੜਬਾਜੀ, ਧੱਕੇਸ਼ਾਹੀ ਕਰ ਰਹੀ। ਬਾਬਾ ਦੀਪ ਸਿੰਘ ਦੀ ਯਾਦਗਾਰ ਗੁਰਦੁਆਰਾ ਸ਼ਹੀਦ ਬੁੰਗਾ ਦੇ ਨਵੀਨੀਕਰਨ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤੀ ਗਈ। ਡਾਲਾ ਸਾਹਿਬ ਜੋ ਬਣਿਆ ਹੋਇਆ ਗੁਰਦੁਆਰਾ ਸਾਹਿਬ ਤਰਨਤਾਰਨ ਦੇ ਵਿੱਚ, ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਉੱਥੇ ਉਹਨਾਂ ਦਾ ਜਿਹੜਾ ਧੜ ਸੀ ਸਰੀਰ ਅਸੀਸ ਨਾਲੋਂ ਵੱਖਰਾ ਹੋਇਆ। ਜਦੋਂ ਫਿਰ ਵੀ ਉਹ ਲੜਦੇ ਇੱਥੇ ਪਹੁੰਚੇ ਤੇ ਆਪਣਾ ਸੀਸ ਲਿਆ ਕੇ ਇੱਥੇ ਭੇਟਾ ਕੀਤਾ। ਇਹ ਉਹ ਪਵਿੱਤਰ ਸਥਾਨ ਹੈ। ਸੰਗਤਾਂ ਦੀ ਬਹੁਤ ਵੱਡੀ ਸ਼ਰਧਾ ਉਸ ਮਹਾਨ ਯੋਧੇ ਦੇ ਦਿੱਤੇ ਹੋਏ ਇਤਿਹਾਸ ਵਿੱਚ ਉਸ ਨੂੰ ਨਮਸਕਾਰ ਕਰਨ ਦੀ। सांसद मनीष तिवाड़ी श्री दरबार साहिब विखे नतमस्तक हुए। इस दौरान उन्होंने भारत पाकिस्तान की वंड नूं लैके बनाया गया म्यूजियम भी वेख्या। सांसद तिवाड़ी ने अफगानिस्तान के ताज़ा हालातां ते भी चिंता जाहिर की। उन्होंने कहा कि अफगानिस्तान दे जो ताज़ा हालात का सरहदी इलाकों में भी प्रभाव है। मनीष तिवाड़ी ने कहा कि पंजाब नूं कैप्टन अमरिंदर सिंह वर्गे तजर्बेकार ਅਤੇ ਸਿਆਸੀ ਸੂਝ ਵਾਲੇ ਨੇਤਾ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਰੋਕਣ ਲਈ ਕੇਂਦਰ ਸਰਕਾਰ ਸਰਹੱਦੀ ਪੱਟੀ ਵਿੱਚ ਡਰੋਨ ਰੋਕੂ ਟੈਕਨੋਲੋਜੀ ਲਗਾਏ। ਮੈਂ ਆਪਣੇ ਤਜਰਬੇ ਨਾਲ ਇਹ ਕਹਿ ਸਕਦਾ ਕਿ ਜਿੱਥੇ पीसीसी प्रेसिडेंट और चीफ मिनिस्टर समन्वय बना के अपना एक संतुलन बना के बैलेंस बना के काम करते हैं, उत्थे कांग्रेसी सरकार वापस आ गई। मैं कई बार ये गल सिर्फ पंजाब के संदर्भ दे विच नहीं, मैं कई बार ये गल पहले भी कह चुके हैं कि कांग्रेस नूं सिर्फ कांग्रेस हराउंदी है, कांग्रेस नूं कोई होर नहीं हराउंदा हैगा। बेअदबी का सवाल, सैक्रिलेज का सवाल है, वो केसेस बादल गवर्नमेंट ने सीबीआई को हैंडओवर किए। सीबीआई ने 2015 तो लैके 2020 तक वो कोई कार्रवाई नहीं की। जदों केस पंजाब सरकार ने वापस लिते तो पंजाब सरकार ने वो चार्जशीट दाखिल की। जिथे तक रही पुलिस फायरिंग की गल, उस पुलिस फायरिंग दे विच, और ये बहुत ही मनभागी गल है कि जेड़े अफसर की जिम्मेवारी सीगी SIT दे विच कि उहदी इन्वेस्टिगेशन करो, और इन्वेस्टिगेशन करके यही जी इन्वेस्टिगेशन तुसी कोर्ट के सामने रखो जिहड़ी अपने पैरों ते खड़ी हो सके, वो इन्वेस्टिगेशन उन्होंने नहीं की। बीजेपी ਦੇ ਸਾਥ ਛੱਡ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਬੇੜੇ ਵਿੱਚ ਚੜ ਗਏ ਹਨ। ਅਨਿਲ ਜੋਸ਼ੀ ਨੂੰ ਲੱਗਦੇ ਹੱਥ ਅਕਾਲੀ ਦਲ ਨੇ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਵਿੱਚ ਵੀ ਉਤਾਰ ਦਿੱਤਾ ਹੈ। ਅਨਿਲ ਜੋਸ਼ੀ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਵੀ ਕੀਤੀ। ਪੰਜਾਬ ਬੀਜੇਪੀ ਨੂੰ ਬੀਤੇ ਦਿਨ ਉੱਪਰ ਥੱਲੇ ਕਰੀਬ 1 ਦਰਜਨ ਝਟਕੇ ਲੱਗੇ ਨੇ। 1 ਦਰਜਨ ਵੱਡੇ ਜਿਹੜੇ ਆਗੂ ਸੀ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਿਆ, ਜਿਨ੍ਹਾਂ ਦੇ ਵਿੱਚੋਂ ਅਨਿਲ ਜੋਸ਼ੀ ਜੋ ਪਾਰਟੀ ਚੋਂ ਕੱਢ ਦਿੱਤੇ ਗਏ ਸੀ। ਇਸ ਤੋਂ ਇਲਾਵਾ ਰਾਮ ਕੁਮਾਰ ਗੁਪਤਾ, ਹਰਜੀਤ ਭੁੱਲਰ, ਕਮਲ ਚੇਤਲੀ, ਮੋਹਿਤ ਗੁਪਤਾ,
ਸੁਖਜੀਤ ਕੌਰ ਸ਼ਾਹੀ, ਹੋਰ ਵੀ ਕਈ ਨਾਂ ਨੇ ਜਿਹੜੇ ਝਟਕੇ ਲੱਗੇ ਆ। ਅਨਿਲ ਜੋਸ਼ੀ ਸਾਡੇ ਨਾਲ ਮੌਜੂਦ ਨੇ। ਕੀ ਕਾਰਨ ਇਹ ਇੱਕ ਤਾਂ ਬੀਜੇਪੀ ਦੇ ਨਾਲ ਜਿਹੜੇ ਮਨਮੁਟਾਵ ਪੈਦਾ ਹੋਏ ਤੇ ਦੂਜਾ ਅਕਾਲੀ ਦਲ 'ਚ ਜਾਣ ਦਾ ਕਾਰਨ? ਜੋਸ਼ੀ ਸਾਹਿਬ ਸਵਾਗਤ ਹੈ। ਸਵਾਲ ਇਹ ਕਿ ਅਚਾਨਕ ਇਲੈਕਸ਼ਨ ਦੇ ਨੇੜੇ ਆ ਕੇ ਇਹ ਅਕਾਲੀ ਦਲ ਜੁਆਇਨ ਕਰਨ ਦੇ ਪਿੱਛੇ ਕੀ ਰੀਜ਼ਨ ਕੀ ਰਿਹਾ? ਗੁਰਪ੍ਰੀਤ ਜੀ, ਜਦੋਂ ਮੈਂ ਪਾਰਟੀ ਦੇ ਵਿੱਚ ਗੱਲ ਕੀਤੀ ਕਿਸਾਨਾਂ ਦੀ, ਪਾਰਟੀ ਨੇ ਨਹੀਂ ਸੁਣੀ, ਫਿਰ ਲੰਬਾ ਚਿਰਿਆ, ਬਹੁਤ ਲੰਮਾ ਐਪੀਸੋਡ ਹੋ ਗਿਆ। ਮੈਂ ਬਹੁਤ ਇੰਟਰਵਿਊਜ਼ ਦੇ ਚੁੱਕਾ ਇਹਦੇ ਤੇ ਬਹੁਤੀ ਲੰਬੀ ਗੱਲ ਨਹੀਂ ਕਰੂੰਗਾ। ਪਰ ਜਦੋਂ ਮੈਨੂੰ ਪਾਰਟੀ 'ਚੋਂ ਇਹਨਾਂ ਨੇ ਕੱਢ ਹੀ ਦਿੱਤਾ 3 ਦਿਨ ਦੇ ਵਿੱਚ ਨੋਟਿਸ ਦੇ ਕੇ, 3 ਦਿਨ ਦਾ ਪਹਿਲਾਂ ਤਾਂ ਕਦੀ 2 ਦਿਨ ਦਾ ਨੋਟਿਸ ਨਹੀਂ ਕਿਸੇ ਨੂੰ ਗਿਆ ਹੋਊ ਅੱਜ ਤੱਕ, ਤੇ 2 ਦਿਨ ਦੇ ਨੋਟਿਸ ਤੋਂ ਬਾਅਦ ਇਹ ਨਹੀਂ ਕਦੀ ਹੋਇਆ ਵੀ ਤੀਜੇ ਦਿਨ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਜਾਵੇ ਕਿਸੇ ਨੂੰ, ਉਸ ਤੋਂ ਬਾਅਦ ਗੱਲ ਵੀ ਨਾ ਕੋਈ ਕਰੇ। ਇਸ ਕਰਕੇ ਇਹਨਾਂ ਦਾ ਪਤਾ ਨਹੀਂ ਕੀ ਮਨਸੂਬਾ ਸੀ, ਇਹਨਾਂ ਨੇ ਮੈਨੂੰ ਪਾਰਟੀ 'ਚੋਂ ਕੱਢ ਦਿੱਤਾ। ਮੈਂ ਤਾਂ ਇਹ ਕਹਿੰਦਾ ਵੀ 35 ਸਾਲ ਦੀ ਮੇਰੀ ਮਿਹਨਤ ਤਪੱਸਿਆ ਜਿਹੜੀ ਇਹਨਾਂ ਨੇ ਇੱਕ ਝਟਕੇ 'ਚ ਖਤਮ ਕਰਤੀ, ਜਦ ਕਿ ਮੈਂ ਹਮੇਸ਼ਾ ਹੀ ਕਿਹਾ ਕਿ ਮੈਂ ਪਾਰਟੀ ਬਚਾਉਣ ਦੀ ਗੱਲ ਕਰਦਾ ਪਿਆ। ਆਪਾਂ ਜੇ ਕਿਸੇ ਪੋਲੀਟੀਕਲ ਪਾਰਟੀ 'ਚ ਕੰਮ ਕਰਦੇ ਹਾਂ ਤੇ ਜੇ ਅਸੀਂ ਪੰਜਾਬ ਦੇ ਵਿੱਚ, ਪੰਜਾਬ 'ਚ ਪੋਲੀਟਿਕਸ ਕਰਨੀ ਆ, ਪੰਜਾਬ 'ਚੋਂ ਵੋਟਾਂ ਲੈਣੀਆਂ, ਅਸੀਂ ਪੰਜਾਬ ਦੀ ਗੱਲ ਹੀ ਨਹੀਂ ਕਰਾਂਗੇ, ਨਾ ਵਪਾਰੀ ਦੀ ਕਰਾਂਗੇ, ਨਾ ਕਿਸਾਨ ਦੀ ਕਰਾਂਗੇ, ਨਾ ਕਿਸੇ ਵਰਗ ਦੀ ਕਰਾਂਗੇ, ਤੇ 1.5 ਸਾਲ ਤੋਂ ਆਪਾਂ ਲੋਕਾਂ ਦੇ ਵਿੱਚ ਨਹੀਂ ਜਾ ਰਹੇ ਹੈ, ਤੇ ਫਿਰ ਆਪਾਂ ਰਾਜਨੀਤੀ ਕਿਸ ਤਰ੍ਹਾਂ ਕਰਨੀ ਹੈ? ਕਿਉਂਕਿ ਇੱਥੇ ਹੀ ਸਾਡਾ ਵਪਾਰ ਹੈ, ਇੱਥੇ ਹੀ ਪਿਆਰ ਹੈ, ਇਹਨਾਂ ਲੋਕਾਂ 'ਚ ਹੀ ਰਹਿੰਦੇ। ਅਸੀਂ ਉਹਨਾਂ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਕੱਢ ਦਿੱਤਾ ਮੈਨੂੰ। ਉਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਦੇ ਵਿੱਚ ਗੱਲ ਰੱਖੀ, ਬਹੁਤ ਸਾਰੇ, ਕਿਉਂਕਿ ਰਾਜਨੀਤੀ ਕਰਦੇ ਆ, ਇੰਨਾ ਲੰਬੀ ਮਿਹਨਤ ਕੀਤੀ ਆ, ਇੰਨੀ ਸੇਵਾ ਕੀਤੀ ਆ, ਇੰਨਾ ਸਮਰਪਿਤ ਰਹੇ ਆ, ਜਿੰਨਾ ਚਿਰ ਬੀਜੇਪੀ 'ਚ ਰਹੇ ਆ, ਤੇ ਪਾਰਟੀ ਦੇ ਵਾਸਤੇ ਹਰ ਔਖੇ ਤੋਂ ਔਖੇ ਸਮੇਂ 'ਚ ਹਰ ਗੱਲ ਸਹਿ ਕੇ, ਗੋਲੀਆਂ ਕਈ ਕੁਛ ਮਤਲਬ ਜਿਹੜਾ ਝੱਲਿਆ, ਅੱਤਵਾਦ ਦੇ ਵਿੱਚ ਫਾਦਰ ਮੇਰੇ ਸ਼ਹੀਦ ਹੋਏ ਸੰਗਠਨ ਦਾ ਕੰਮ ਕਰਦੇ ਆ, ਤੇ ਇਸ ਕਿਸੇ ਤੇ ਅਸੀਂ ਡਰੇ ਝੁਕੇ ਨਹੀਂ, ਤੇ ਪਾਰਟੀ ਦਾ ਝੰਡਾ ਉੱਚਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹ ਹੈ ਕਿ ਜਦੋਂ ਇੰਨਾ ਲੰਬਾ ਸੰਘਰਸ਼ ਕਰਕੇ ਆਪਾਂ ਇਸ ਜਗ੍ਹਾ ਤੇ ਪਹੁੰਚੇ ਹਾਂ, ਲੋਕੀ ਵਿਸ਼ਵਾਸ ਕਰਦੇ ਆ, ਜਿੰਨਾ ਮੈਂ ਕੰਮ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤਾ, ਜਿੰਨੀ ਡਿਵੈਲਪਮੈਂਟ ਕੀਤੀ ਹੈ, ਜਿੰਨਾ ਮੈਂ ਲੋਕਾਂ ਦੇ ਨਾਲ ਦੁੱਖ ਸੁੱਖ 'ਚ ਰਿਹਾ, ਹਰ ਟਾਈਮ 18 ਘੰਟੇ ਮੈਂ ਕੰਮ ਕੀਤਾ, ਉਹ ਲੋਕਾਂ ਦੀ ਇੱਛਾ ਮੈਂ ਉਹਨਾਂ ਦੀ ਹੋਰ ਸੇਵਾ ਕਰਾਂ। ਫਿਰ ਜੇ ਪੋਲੀਟਿਕਸ 'ਚ ਰਾਜਨੀਤੀ ਕਰਨੀ ਹੈ ਤੇ 2 ਹੀ ਆਪਸ਼ਨ ਹੁੰਦੀਆਂ, ਜਾਂ ਇੰਡੀਪੈਂਡੈਂਟ ਜਾਂ ਕਿਸੇ ਪਾਰਟੀ ਨੂੰ ਅਡਾਪਟ ਕਰੀਏ। ਤੇ ਪਾਰਟੀ ਨੂੰ ਅਡਾਪਟ ਕਰਨ ਦੀ ਜਿਹੜੀ ਮੈਂ ਗੱਲ ਕੀਤੀ ਆਪਣੇ ਕਾਰਜਕਰਤਾ ਦੇ ਨਾਲ, ਤੇ ਉਹਨਾਂ ਦਾ ਕੰਸੈਂਸਸ ਇਹੀ ਸੀ, ਕਿਉਂਕਿ ਬਾਦਲ ਸਾਹਿਬ ਦੇ ਨਾਲ ਕੰਮ ਕੀਤਾ 10 ਸਾਲ, ਜਿਹੜਾ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ, ਜਿਹੜਾ ਇਲੈਕਟੋਰਲ ਪੋਲੀਟਿਕਸ ਦੇ ਵਿੱਚ ਤੁਹਾਡੇ ਮਤਭੇਦ ਵੀ ਬਹੁਤ ਰਹੇ ਤੁਹਾਡੇ ਉੱਥੇ ਵਿਕਰਮ ਸਿੰਘ ਮਜੀਠੀਆ ਦੇ ਨਾਲ। ਉਹ ਕੱਲ ਵੀ ਮਜੀਠੀਆ ਦਾ ਸਟੇਜ ਤੇ ਵੀ ਇਹ ਗੱਲ ਕਰ ਰਹੇ ਸੀ ਵੀ ਸਾਡੇ 'ਚ ਖੜਕਾ ਦੜਕਾ ਹੁੰਦਾ ਰਿਹਾ, ਪਰ ਹੁਣ ਰਲ ਕੇ ਕਰਾਂਗੇ ਖੜਕਾ। ਦੇਖੋ, ਆਪਾਂ ਕਿਸੇ ਪਰਿਵਾਰ 'ਚ ਵੀ ਰਹਿੰਦੇ ਹਾਂ ਤੇ ਉਹਦੇ 'ਚ ਵੀ ਜਿਹੜਾ ਵਾ ਕਿਸੇ ਵੇਲੇ ਇਹ ਗੱਲ ਹੋ ਜਾਂਦੀ ਹੈ, ਪਰ ਮੈਂ ਹਮੇਸ਼ਾ ਲੋਕਾਂ ਦੇ ਮੁੱਦਿਆਂ ਵਾਸਤੇ ਲੜਿਆ। ਬੀਜੇਪੀ ਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਿਹਦੇ ਨਾਲ ਸ਼ਾਇਦ ਬਲਦੀ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਹੋਇਆ। ਕਈ ਲੋਕ ਨੇ ਇੱਦਾਂ ਦੇ ਜਿਨ੍ਹਾਂ ਦੇ ਬਿਆਨਾਂ ਨੇ ਕਿਸਾਨਾਂ ਨੂੰ ਹੋਰ ਭੜਕਾਤਾ। ਕੀ ਇਹ ਲੋਕ ਜ਼ਿੰਮੇਦਾਰ ਨੇ ਕਿ ਅੱਜ ਬੀਜੇਪੀ ਪਿੰਡਾਂ ਦੇ ਵਿੱਚ ਨਿਕਲ ਹੀ ਨਹੀਂ ਸਕਦੀ? ਬਿਲਕੁਲ, ਇਹ ਤਾਂ ਹੈ ਹੀ ਆ। ਮੈਂ ਉਸ ਵੇਲੇ ਵੀ ਕਹਿੰਦਾ ਪਿਆ ਵੀ ਆਪਾਂ ਇੱਕ ਪਾਸੇ ਤੇ ਜਿਹੜੇ ਲੋਕ ਸੰਘਰਸ਼ ਆ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ, ਇੱਕ ਪਾਸੇ ਉਹਨਾਂ ਨੂੰ ਅਸੀਂ ਇਹੋ ਜਿਹੇ ਨਾਂ ਲੈ ਕੇ ਨਕਸਲਾਈਟ, ਅੱਤਵਾਦੀ ਜਾਂ ਕਿਹੋ ਜਿਹੇ ਨਾਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਬਾਰੇ ਗੱਲ ਕਰਾਂਗੇ, ਤੇ ਉਹ ਵਾਕਈ ਬਲਦੀ ਤੇ ਘਿਓ ਪਾਉਣ ਵਾਲੀ ਗੱਲ ਹੈ। ਵੀ ਖੁਦ ਫਿਰ 100 ਗਨਮੈਨ ਦੇ ਨਾਲ ਨਿਕਲਾਂਗੇ, ਵਰਕਰਾਂ ਨੂੰ ਕਵਾਂਗੇ ਜਾਓ ਜੀ ਆਪਣਾ ਫਲਾਨਾ ਪ੍ਰੋਗਰਾਮ ਕਰਕੇ ਆਓ, ਤੇ ਉਹਨਾਂ ਨਾਲ ਜੋ ਹੋਇਆ ਉਹ ਸਾਡੇ ਸਾਹਮਣੇ ਸਾਡੇ ਇੱਕ MLA ਦੇ ਅਲਪ ਨੰਗਾ ਕਰਤਾ। ਜੋ ਉਹਦੇ ਨਾਲ ਮੌਬ ਲਿੰਚਿੰਗ ਵਾਲੀ ਘਟਨਾ ਹੋਈ, ਕਿੰਨੀ ਨਿੰਦਣਯੋਗ ਤੇ ਕਿੰਨੀ ਲੋਕਤੰਤਰ ਨੂੰ ਸ਼ਰਮਨਾਕ ਕਰਨ ਵਾਲੀ ਉਹ ਘਟਨਾ ਸੀ, ਤੇ ਉਹਦੇ ਪਿੱਛੇ ਵੀ ਕੋਈ ਪਾਰਟੀ ਖਲੋਤੀ ਥੋੜੀ ਹੈ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੋਈਆਂ ਉਹਦੇ ਨਾਲ ਵਰਕਰ ਡਿਮੋਰਲਾਈਜ਼ ਹੋਇਆ। ਇਹ ਮੈਂ ਕਹਿੰਦਾ ਰਿਹਾ ਵੀ ਆਪਾਂ ਕਿਸਾਨਾਂ ਦੀ, ਜਿਹੜੇ ਵਪਾਰੀ ਜਿਨ੍ਹਾਂ ਨੂੰ ਵਿਚੋਲੀਏ ਕਿਹਾ ਗਿਆ, ਉਹਨਾਂ ਦੀ ਆਪਾਂ ਆਵਾਜ਼ ਉਠਾਈਏ, ਉਹਨਾਂ ਦੀ ਆਵਾਜ਼ ਆਪਾਂ ਬਣੀਏ। ਜੇ ਆਪਾਂ ਕਿਸੇ ਵਰਗ ਦੀ ਆਵਾਜ਼ ਹੀ ਨਹੀਂ ਉਠਾਵਾਂਗੇ ਤੇ ਆਪਾਂ ਨੂੰ ਕਿਹੜਾ ਵੋਟ ਪਾਊਗਾ ਤੇ ਕੌਣ ਸਾਡੇ ਨਾਲ ਖਲੋਊਗਾ? ਸਰ, ਨਾਰਥ ਤੋਂ ਹੁਣ ਉਮੀਦਵਾਰ ਐਲਾਨਤਾ ਹੈ। ਇਹ ਸੀਟ ਸੀਗੀ BSP ਦੇ ਕੋਲ, ਤਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਗੀ? BSP ਤੁਹਾਡੇ ਨਾਲ ਤੁਰੇਗੀ? ਮਤਲਬ ਤੁਹਾਨੂੰ ਕੋਈ ਬਾਅਦ 'ਚ ਦਿੱਕਤ ਤਾਂ ਨਹੀਂ ਆਊਗੀ? ਇਹ ਸਭ ਹੋ ਗਿਆ ਫਾਈਨ? ਨਹੀਂ, ਦੇਖੋ, ਉਹ ਸਾਰੇ ਉਹ ਵੀ ਸਮਝਦੇ, ਉਹਨਾਂ ਦੇ ਲੀਡਰਸ ਵੀ ਸਮਝਦੇ ਵੀ ਅਗਰ ਸਰਕਾਰ ਬਣਾਉਣੀ ਹੈ ਤੇ ਫਿਰ ਜਿਨ੍ਹਾਂ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿੱਤਣ ਦੀ ਪੋਜੀਸ਼ਨ 'ਚ ਆ ਉੱਥੇ ਉਹਨਾਂ ਨੂੰ ਲੜਾਇਆ ਜਾਵੇ, ਜਿੱਥੇ ਬਸਪਾ ਦੇ ਕੈਂਡੀਡੇਟ ਜਿੱਤਣ ਦੀ ਪੋਜੀਸ਼ਨ 'ਚ ਆ ਉਹਨਾਂ ਨੂੰ ਲੜਾਇਆ ਜਾਏ, ਤਦ ਹੀ ਸਰਕਾਰ ਬਣੂਗੀ। ਇਹ ਕੋਈ ਜਿੱਦ ਦਾ ਵਿਸ਼ੇ ਨਹੀਂ ਗਾ ਵੀ ਜੇ ਇੱਥੇ ਬਸਪਾ ਦਾ ਕੈਂਡੀਡੇਟ ਨਹੀਂ ਜਿੱਤਣ ਦੀ ਪੋਜੀਸ਼ਨ 'ਚ ਤੇ ਉਹ ਜ਼ਰੂਰੀ ਨਹੀਂ ਵੀ ਸੀਟ ਖਰਾਬ ਕੀਤੀ ਜਾਵੇ। ਉੱਥੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਜਿੱਤਣ ਦੀ ਪੋਜੀਸ਼ਨ 'ਚ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਗਈ, ਹੋਰ ਕੋਈ ਜਿਹੜੀ ਹੈ ਜਿੱਥੋਂ ਉਹਨਾਂ ਦੀ ਪੋਜੀਸ਼ਨ ਚੰਗੀ ਆ ਉਹਨਾਂ ਨੂੰ ਮਿਲ ਗਈ। ਇਸ ਕਰਕੇ ਸਵੈਪ ਹੋਣਾ ਕੋਈ ਇਹ ਕੋਈ ਵੱਡਾ ਇਸ਼ੂ ਨਹੀਂ ਹੈਗਾ। ਉਹ ਵੀ ਸਮਝਦੇ ਆ
ਤੇ ਆਪਾਂ ਵੀ ਸਮਝਦੇ ਇਹ ਅੰਡਰਸਟੈਂਡਿੰਗ ਬਣ ਗਈ ਹੈ। ਇਹ ਤਾਂ ਪ੍ਰਧਾਨ ਜੀ ਦਾ ਮੈਟਰ ਸੀ, ਮੇਰਾ ਮੈਟਰ ਹੀ ਨਹੀਂ ਸੀ। ਮੈਂ ਤਾਂ ਕੱਲ੍ਹ ਹਾਲੇ ਐਂਟਰ ਕੀਤਾ। ਠੀਕ ਹੈ, ਚਲੋ ਬਹੁਤ ਸ਼ੁਕਰੀਆ ਜੋਸ਼ੀ ਜੀ। ਅਨਿਲ ਜੋਸ਼ੀ ਜਿਨ੍ਹਾਂ ਨੇ ਬੀਤੇ ਦਿਨ ਅਕਾਲੀ ਦਲ ਜੁਆਇਨ ਕੀਤਾ ਤੇ ਅੰਮ੍ਰਿਤਸਰ ਨਾਰਥ ਤੋਂ ਉਹਨਾਂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਗਿਆ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦੇ ਕੋਟੇ 'ਚ ਸੀਟ ਸੀਗੀ, ਪਰ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਹ ਉੱਥੇ ਸਭ ਤੋਂ ਜ਼ਿਆਦਾ ਮਜ਼ਬੂਤ ਦਾਅਵੇਦਾਰ ਤੇ ਜਿੱਤਣ ਦੀ ਪੋਜੀਸ਼ਨ ਰੱਖਣ ਵਾਲੇ ਉਮੀਦਵਾਰ ਨੇ। ਕੈਮਰਾਮੈਨ ਅੰਕੁਰ ਦੇ ਨਾਲ ਗੁਰਪ੍ਰੀਤ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ। ਸੁਮੇਧ ਸੈਣੀ ਮਾਮਲੇ ਵਿੱਚ 19 ਅਗਸਤ ਦੇ ਫੈਸਲੇ ਖਿਲਾਫ ਪੰਜਾਬ ਵਿਜੀਲੈਂਸ ਦਾ ਫੈਸਲਾ ਆਏਗਾ। ਪੰਜਾਬ ਵਿਜੀਲੈਂਸ ਹਾਈ ਕੋਰਟ ਦੇ ਫੈਸਲੇ ਉੱਪਰ ਰੀਕਾਲ ਪਟੀਸ਼ਨ ਜੋ ਹੈ ਪਾਈ ਜਾਵੇਗੀ। ਸੁਮੇਧ ਸੈਣੀ ਖਿਲਾਫ ਕਥਿਤ ਲੈਂਡ ਫਰਾਡ ਮਾਮਲੇ ਵਿੱਚ ਰੀਕਾਲ ਪਟੀਸ਼ਨ ਪਾਈ ਜਾਵੇਗੀ। 12 ਅਗਸਤ ਵਾਲੇ ਅਗਾਊਂ ਜ਼ਮਾਨਤ ਵਾਲੇ ਮਾਮਲੇ ਵਿੱਚ ਵੀ ਰੀਕਾਲ ਪਟੀਸ਼ਨ ਪਾਈ ਜਾਵੇਗੀ। ਉੱਥੇ ਹੀ ਸੰਗਰੂਰ 'ਚ ਟੈਟ ਪਾਸ ਅਧਿਆਪਕਾਂ ਦਾ ਧਰਨਾ ਪ੍ਰਦਰਸ਼ਨ ਜੋ ਹੈ ਉਹ ਰਿਹਾ। ਪਾਣੀ ਦੀ ਟੈਂਕੀ ਤੇ ਇੱਕ ਅਧਿਆਪਕ ਵੀ ਚੜ ਗਿਆ ਤੇ 8 ਮਹੀਨੇ ਤੋਂ ਚੱਲ ਰਿਹਾ ਹੈ ਧਰਨਾ। ਇਹ ਕਹਿਣਾ ਹੈ ਪ੍ਰਦਰਸ਼ਨਕਾਰੀਆਂ ਦਾ ਤੇ ਸਰਕਾਰ ਕੋਈ ਸਾਰ ਨਹੀਂ ਲੈ ਰਹੀ। ਤੇ ਕੱਲ ਦੀਆਂ ਤਸਵੀਰਾਂ ਜਿੱਥੇ ਕੱਲ ਟੈਟ ਪਾਸ ਅਧਿਆਪਕਾਂ ਦਾ ਪ੍ਰਦਰਸ਼ਨ ਜੋ ਹੈ ਉਹ ਚੱਲਿਆ। ਇੱਕ ਅਧਿਆਪਕ ਜੋ ਹੈ ਉਹ ਪਾਣੀ ਦੀ ਟੈਂਕੀ ਤੇ ਵੀ ਚੜ ਗਿਆ ਤੇ ਲਗਾਤਾਰ ਪ੍ਰਦਰਸ਼ਨ ਕੀਤਾ ਗਿਆ ਤੇ ਸਾਫ਼ ਤੌਰ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਕੋਈ ਸਾਰ ਨਹੀਂ ਲੈ ਰਹੀ, ਕੋਈ ਗੱਲਬਾਤ ਨਹੀਂ ਕਰ ਰਹੀ। ਇਹ ਜੀ ਪਾਣੀ ਦੀ ਟੈਂਕੀ ਤੇ ਇੱਕ ਬੀਆ ਟੈਟ ਪਾਸ ਸਾਥੀ ਹੈ ਜੀ, ਜੋ ਕਿ ਫਾਜ਼ਿਲਕਾ ਤੋਂ ਆ। 9 ਇਹਦਾ ਮਨੀਸ਼ ਹੈ ਜੀ। ਇਹ ਆਪਣੀ ਭਰਤੀ ਦੀ ਮੰਗ ਨੂੰ ਲੈ ਕੇ SST ਹਿੰਦੀ ਪੰਜਾਬੀ ਦੀਆਂ ਪੋਸਟਾਂ ਦੀ ਇਸ਼ਤਿਹਾਰ ਨੂੰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਇਹ ਟੈਂਕੀ ਦੇ ਉੱਪਰ ਚੜਿਆ ਜੀ। ਔਰ ਪਿਛਲੇ 225-30 ਦਿਨਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਵੀ ਬੈਠੇ ਨੇਗੇ ਬੇਰੁਜ਼ਗਾਰ, ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਕੋਈ ਵੀ ਅਸਰ ਨਹੀਂ ਹੋ ਰਿਹਾ ਸੀਗਾ। ਤਾਂ ਸਾਥੀ ਇਹ ਨਿਰਾਸ਼ਾ ਦੇ ਵਿੱਚ ਆ ਕੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਉਸ ਨੂੰ ਇਹ ਸਟੈਪ ਆ ਜਿਹੜਾ ਉਹ ਚੱਕਣਾ ਪਿਆ। ਅਸੀਂ ਪ੍ਰੋਟੈਸਟ ਕਰਦੇ ਹਾਂ, ਲਾਠੀਆਂ ਖਾਂਦੇ ਹਾਂ, ਡਾਂਗਾ ਖਾਂਦੇ ਹਾਂ, ਖਿੱਚਾ ਧੂ ਕਰਵਾਉਂਦੇ ਹਾਂ ਤੇ ਸਾਨੂੰ ਇਹਨਾਂ ਨੇ ਥਾਣਿਆਂ ਦੇ ਵਿੱਚ ਵੀ ਰੱਖਿਆ, ਥਾਣਿਆਂ ਦੇ ਵਿੱਚ ਡੱਕ ਦਿੰਦੇ ਨੇ। ਪਰ ਇੱਕ ਮੀਟਿੰਗ ਮਿਲਦੀ ਹੁੰਦੀ ਹੈ ਜਿਹਦੇ ਵਿੱਚ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਅਸੀਂ ਸਿੱਖਿਆ ਮੰਤਰੀ ਜੀ ਨਾਲ ਅਨੇਕਾਂ ਮੀਟਿੰਗਾਂ ਕਰ ਚੁੱਕੇ ਹਾਂ, ਪਰ ਉਹਨਾਂ ਨੇ ਇੱਕ ਵਾਰ ਵੀ ਸਾਡਾ ਕੋਈ ਹੱਲ ਨਹੀਂ ਕੀਤਾ।